ਹੈਲੋ ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟਾ ਅੱਜ ਆਪਾਂ ਇਸ ਵੀਡੀਓ ਲੈਕਚਰ ਵਿੱਚ ਸਿੱਖਿਆ ਅਤੇ ਭਾਰਤੀ ਸੁਧਾਰਕ, ਠੀਕ ਹੈ ਬੇਟਾ, ਜੋ ਤੁਹਾਡਾ ਪਾਠ ਚੱਲ ਰਿਹਾ ਸੀ 16ਵਾਂ ਪਾਠ ਦਾ ਨਾਮ ਸੀਗਾ ਸਿੱਖਿਆ ਅਤੇ ਅੰਗਰੇਜ਼ੀ ਰਾਜ। ਤਾਂ ਉਸ ਵਿੱਚ ਆਪਾਂ ਦੇਖਿਆ ਸੀ ਕਿ ਅੰਗਰੇਜ਼ਾਂ ਤੋਂ ਪਹਿਲਾਂ ਜੋ ਇੰਡੀਆ ਵਿੱਚ ਸਿੱਖਿਆ ਦਾ ਸਿਸਟਮ ਸੀ ਕਿੱਦਾਂ ਚੱਲਦਾ ਸੀਗਾ ਕਿ ਜਿਹੜੇ ਇੰਡੀਅਨਸ ਦੇ ਲੋਕ ਸੀਗੇ, ਇੰਡੀਆ ਦੇ ਲੋਕ ਸੀਗੇ, ਉਹ ਮਦਰਸਿਆਂ, ਪਾਠਸ਼ਾਲਾ ਅਤੇ ਗੁਰਦੁਆਰਿਆਂ, ਮੰਦਿਰਾਂ ਵਿੱਚ ਸਿੱਖਿਆ ਹਾਸਲ ਕਰਦੇ ਸੀ, ਠੀਕ ਹੈ ਰਾਜੇ। ਔਰ ਬਾਅਦ ਵਿੱਚ ਅੰਗਰੇਜ਼ਾਂ ਦੇ ਆਉਣ ਦੇ ਨਾਲ ਕੀ ਹੋਇਆ, ਯੂਨੀਵਰਸਿਟੀਜ਼, ਕਾਲਜ ਬਣੇ, ਠੀਕ ਹੈ ਬੇਟਾ। ਨਵੀਂ ਸਿੱਖਿਆ ਨੀਤੀਆਂ ਲੈ ਕੇ ਆਉਂਦੀਆਂ ਉਹਨਾਂ ਨੇ ਔਰ ਕੀ ਇੰਪਲੀਮੈਂਟ ਕੀਤੀਆਂ ਕਿਹਨਾਂ 'ਤੇ, ਇੰਡੀਅਨ ਪੀਪਲ 'ਤੇ, ਠੀਕ ਹੈ। ਕਿਉਂ ਕੀਤੀਆਂ? ਕਿਉਂਕਿ ਉਹ ਆਪਣਾ ਓਨ ਪ੍ਰੋਫਿਟ ਵਾਸਤੇ ਕੀਤੀਆਂ ਸੀ ਉਹਨਾਂ ਨੇ, ਠੀਕ ਹੈ। ਔਰ ਬੇਟਾ ਅੱਜ ਆਪਾਂ ਇਸ ਵੀਡੀਓ ਲੈਕਚਰ ਵਿੱਚ ਸਿੱਖਿਆ ਅਤੇ ਭਾਰਤੀ ਸੁਧਾਰਕ ਉਹਨਾਂ ਬਾਰੇ ਆਪਾਂ ਰੀਡ ਕਰਾਂਗੇ, ਠੀਕ ਹੈ। ਜੋ ਆਪਣੇ ਭਾਰਤੀ ਸੁਧਾਰਕ ਸੀਗੇ ਜਿਨ੍ਹਾਂ ਨੇ ਸਿੱਖਿਆ ਵਿੱਚ ਸੁਧਾਰ ਕੀਤਾ, ਠੀਕ ਹੈ, ਆਪਣੇ ਭਾਰਤੀ ਲੋਕਾਂ ਦੇ ਲਈ। ਔਰ ਕਈ ਇੱਦਾਂ ਦੇ ਸੁਧਾਰਕ ਸੀਗੇ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਿੱਖਿਆ ਨੀਤੀ ਨੂੰ ਅਪਣਾਇਆ ਵੀ, ਠੀਕ ਹੈ ਰਾਜੇ। ਔਰ ਬੇਟਾ ਆਪਾਂ ਦੇਖਦੇ ਹਾਂ ਕਿ ਭਾਰਤ ਵਿੱਚ ਅੰਗਰੇਜ਼ਾਂ ਦੀ ਪੱਛਮੀ ਸਿੱਖਿਆ ਪ੍ਰਣਾਲੀ ਦੀਆਂ ਨੀਤੀਆਂ ਬਾਰੇ ਹੋ ਰਹੀ ਬਹਿਸ ਵਿੱਚ ਬਹੁਤ ਸਾਰੇ ਭਾਰਤੀ ਵਿਦਵਾਨਾਂ ਨੇ ਹਿੱਸਾ ਲਿਆ। ਜਦੋਂ ਭਾਰਤ ਵਿੱਚ ਅੰਗਰੇਜ਼ਾਂ ਨੇ ਆਪਦੀ ਸਿੱਖਿਆ ਨੀਤੀ ਲੈ ਕੇ ਆਂਦੀ, ਠੀਕ ਆ, ਡਿਵੈਲਪ ਕੀਤੀ, ਤਾਂ ਉਸ ਮਤਲਬ ਕਿ ਉਹਨੂੰ ਲੈ ਕੇ ਬਹੁਤ ਸਾਰੇ ਵਿਦਵਾਨਾਂ ਵਿੱਚ ਬਹਿਸ ਚੱਲ ਪਈ, ਠੀਕ ਹੈ ਰਾਜੇ। ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਸਨ ਕਿ ਪੱਛਮੀ ਸਿੱਖਿਆ ਨੀਤੀ ਭਾਰਤੀਆਂ ਵਿੱਚ ਰਾਸ਼ਟਰੀ ਭਾਵਨਾ ਪੈਦਾ ਕਰੇਗੀ, ਜੋ ਭਾਰਤੀ ਸੱਭਿਆਚਾਰ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। ਹੁਣ ਅਸੀਂ ਭਾਰਤੀ ਸੁਧਾਰਕਾਂ ਦੁਆਰਾ ਸਿੱਖਿਆ ਸੰਬੰਧੀ ਕੀਤੇ ਗਏ ਯਤਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਫਸਟ ਆਪਾਂ ਦੇਖਦੇ ਹਾਂ, ਦੇਖੋ ਬੇਟਾ, ਜਿਹੜੀ ਪੱਛਮੀ ਸਿੱਖਿਆ ਨੀਤੀ ਆਈ ਆ, ਠੀਕ ਹੈ, ਇਹਨੇ ਕੀ ਕੀਤਾ ਕਿ ਜਿਹੜੇ ਆਪਣੇ ਭਾਰਤੀ ਲੋਕ ਆ ਉਹਨਾਂ ਵਿੱਚ ਰਾਸ਼ਟਰੀ ਭਾਵਨਾਵਾਂ ਪੈਦਾ ਕੀਤੀਆਂ। ਕਿਵੇਂ ਕੀਤੀਆਂ? ਕਿਉਂਕਿ ਜਿਹੜੀ ਪੱਛਮੀ ਸਿੱਖਿਆ ਨੀਤੀ ਸੀਗੀ ਉਹਦਾ ਜਿਹੜੇ ਲਿਟਰੇਚਰ ਪੜ੍ਹਦੇ ਸੀ, ਜੋ ਜਿੱਦਾਂ ਫੋਰ ਐਗਜ਼ਾਮਪਲ ਰੂਸ ਦੀ ਕ੍ਰਾਂਤੀ ਬਾਰੇ ਆਪਾਂ ਪੜ੍ਹਦੇ ਹਾਂ, ਠੀਕ ਆ, ਵਿਸ਼ਵ ਦਾ ਇਤਿਹਾਸ ਪੜ੍ਹਦੇ ਹਾਂ, ਆਪਾਂ ਨੂੰ ਪਤਾ ਲੱਗਦਾ ਕਿੱਦਾਂ ਕਿਸੇ ਦੇਸ਼ ਨੇ ਜਿਹੜੇ ਹਕੂਮਤ ਸੀਗੀ ਉਹਨਾਂ ਦੇ ਅਗੇਂਸਟ ਕਿੱਦਾਂ ਪ੍ਰੋਟੈਸਟ ਕੀਤਾ, ਉਹਨਾਂ ਨੇ ਕਿੱਦਾਂ ਨਾਅਰੇਬਾਜ਼ੀ ਕੀਤੀ ਹੈ ਨਾ, ਕਿੱਦਾਂ ਉਹਦਾ ਤਖਤਾ ਪਲਟਿਆ, ਠੀਕ ਹੈ। ਸਾਰੀਆਂ ਗੱਲਾਂ ਬਾਰੇ ਆਪਾਂ ਰੀਡ ਕਰਦੇ ਹਾਂ, ਠੀਕ ਹੈ, ਜਦੋਂ ਆਪਾਂ ਵਿਸ਼ਵ ਦਾ ਇਤਿਹਾਸ ਪੜ੍ਹਦੇ ਹਾਂ। ਤਾਂ ਉਸੇ ਤਰ੍ਹਾਂ ਕੀ ਸੀਗਾ ਕਿ ਜਿਹੜੇ ਪੱਛਮੀ ਸਿੱਖਿਆ ਨੀਤੀ ਸੀ ਉਹਦੇ ਵਿੱਚ ਜੋ ਲਿਟਰੇਚਰ ਸੀਗਾ ਉਹਦੇ ਥਰੂ ਕੀ ਹੋਏ ਕਿ ਜਿਹੜੇ ਇੰਡੀਅਨਸ ਪੀਪਲ ਕੀ ਆ ਮੋਟੀਵੇਟ ਹੋਏ ਅਤੇ ਆਪਣੇ ਹੱਕਾਂ ਲਈ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਕੀ ਆ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੇ ਵਰਕ ਕੀਤਾ, ਠੀਕ ਆ। ਉਹਨਾਂ ਦੇ ਵਿਰੁੱਧ ਧਰਨੇ ਲਾਏ, ਉਹਨਾਂ ਦੇ ਵਿਰੁੱਧ ਕੀ ਆ ਬਹੁਤ ਸਾਰੀਆਂ ਬੈਟਲਸ ਲੜੀਆਂ, ਠੀਕ ਆ, ਔਰ ਬਹੁਤ ਕੁਛ ਕੀਤਾ, ਠੀਕ ਆ। ਕਿਹਦੇ ਥਰੂ ਕੀਤਾ? ਉਹਨਾਂ ਦੀ ਐਜੂਕੇਸ਼ਨ ਦੇ ਥਰੂ ਹੀ ਕੀਤਾ, ਠੀਕ ਆ। ਐਜੂਕੇਸ਼ਨ ਦੇ ਥਰੂ ਹੀ ਕੀ ਆ ਲੋਕ ਅਵੇਅਰ ਹੋ ਗਏ, ਕਲੀਅਰ। ਹੁਣ ਬੇਟਾ ਦੇਖਦੇ ਆਪਾਂ ਰਾਜਾ ਮੋਹਨ ਰਾਏ ਨੇ ਭਾਰਤੀ ਲੋਕਾਂ ਵਿੱਚ ਪ੍ਰਚਲਿਤ ਜੋ ਅੰਧ ਵਿਸ਼ਵਾਸ ਅਤੇ ਝੂਠੀ ਰੀਤੀ ਰਿਵਾਜ਼ਾਂ ਨੂੰ ਖਤਮ ਕਰਨ ਲਈ ਸਿੱਖਿਆ ਦੇ ਵਿਕਾਸ ਲਈ ਯਤਨ ਕੀਤੇ। ਦੇਖੋ ਆਪਣੇ ਜਿਹੜੇ ਭਾਰਤੀ ਲੋਕ ਸੀਗੇ ਉਹਨਾਂ ਵਿੱਚ ਬਹੁਤ ਸਾਰੇ ਅੰਧ ਵਿਸ਼ਵਾਸ ਅਤੇ ਝੂਠੇ ਰੀਤੀ ਰਿਵਾਜ਼ ਸੀਗੇ, ਉਹ ਪ੍ਰਚਲਿਤ ਮੀਨਜ਼ ਚੱਲ ਰਹੇ ਸੀਗੇ, ਠੀਕ ਹੈ ਰਾਜੇ। ਤਾਂ ਉਹਨਾਂ ਨੂੰ ਖਤਮ ਕਰਨ ਲਈ ਰਾਜਾ ਮੋਹਨ ਰਾਏ ਨੇ ਸਿੱਖਿਆ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ। ਤਾਂ ਉਹ ਭਾਰਤੀਆਂ ਨੂੰ ਪੱਛਮੀ ਸਿੱਖਿਆ ਦੇਣ ਦੇ ਹੱਕ ਵਿੱਚ ਸਨ। ਉਹ ਚਾਹੁੰਦੇ ਸੀ ਕਿ ਭਾਰਤੀ ਲੋਕ ਪੱਛਮੀ ਸਿੱਖਿਆ ਨੂੰ ਹਾਸਲ ਕਰਨ, ਠੀਕ ਹੈ, ਉਹਦੇ ਹੱਕ ਵਿੱਚ ਸੀਗੇ। ਮੀਨਸ ਕਿ ਉਹਨਾਂ ਦੀ ਅੰਗਰੇਜ਼ਾਂ ਦੀ ਜਿਹੜੀ ਸਿੱਖਿਆ ਸੀਗੀ ਇੰਨੀ ਮਾੜੀ ਨਹੀਂ ਸੀਗੀ। ਮੀਨਸ ਕਿ ਲੋਕਾਂ ਨੂੰ ਅਵੇਅਰ ਕੀਤਾ ਉਹਨਾਂ ਨੇ ਸਤੀ ਸਿਸਟਮ ਤੋਂ ਆਜ਼ਾਦ ਕੀਤਾ, ਠੀਕ ਹੈ, ਇੰਡੀਆ ਨੂੰ, ਔਰ ਵਧੀਆ ਐਜੂਕੇਸ਼ਨ ਦਿੱਤੀ। ਇੰਡੀਆ ਵਿੱਚ ਕਿੰਨੇ ਡਿਵੈਲਪ ਵਾਲੇ ਕੰਮ ਕੀਤੇ, ਡਾਕ ਚਲਾਇਆ ਉਹਨਾਂ ਨੇ, ਰੇਲਾਂ ਚਲਾਈਆਂ, ਠੀਕ ਹੈ ਰਾਜੇ, ਔਰ ਬਹੁਤ ਕੁਛ ਕੀਤਾ ਉਹਨਾਂ ਨੇ। ਇਸ ਤੋਂ ਬਾਅਦ ਵੇਖਦੇ ਆਪਾਂ ਉਹ ਆਪ ਬੰਗਾਲੀ, ਫਾਰਸੀ, ਸੰਸਕ੍ਰਿਤ, ਉਰਦੂ, ਅੰਗਰੇਜ਼ੀ ਅਤੇ ਗ੍ਰੀਕ ਭਾਸ਼ਾਵਾਂ ਦੇ ਵਿਦਵਾਨ ਸਨ। ਉਹਨਾਂ ਦੇ 2 ਸਮਾਚਾਰ ਪੱਤਰ ਕੱਢੇ ਸਨ। ਉਹਨਾਂ ਨੇ 2 ਕੀ ਸਮਾਚਾਰ ਪੱਤਰ, ਦੇਖੋ ਪਹਿਲਾਂ ਵੇਖਦੇ ਆਪਾਂ ਕਿ ਰਾਜਾ ਰਾਮ ਮੋਹਨ ਰਾਏ ਨੂੰ ਬਹੁਤ ਸਾਰੀਆਂ ਲੈਂਗੁਏਜ ਦਾ ਗਿਆਨ ਸੀਗਾ, ਠੀਕ ਹੈ, ਬੰਗਾਲੀ ਭਾਸ਼ਾ ਦਾ, ਫਾਰਸੀ ਭਾਸ਼ਾ ਦਾ, ਸੰਸਕ੍ਰਿਤ ਭਾਸ਼ਾ ਦਾ, ਉਰਦੂ, ਅੰਗਰੇਜ਼ੀ, ਗ੍ਰੀਕ, ਠੀਕ ਹੈ, ਸਾਰੀਆਂ ਭਾਸ਼ਾ ਦਾ ਉਹਨਾਂ ਨੂੰ ਗਿਆਨ ਸੀ। ਉਹਨਾਂ ਨੇ 2 ਸਮਾਚਾਰ ਪੱਤਰ ਕੱਢੇ, ਠੀਕ ਹੈ, ਵਿਆਕਰਨ, ਖਗੋਲ ਵਿਗਿਆਨ, ਜੀਵ ਗਣਿਤ ਆਦਿ ਵਿਸ਼ੇ ਸੀ ਜਿਹੜੇ ਬੰਗਾਲੀ ਭਾਸ਼ਾ ਵਿੱਚ ਪੁਸਤਕਾਂ ਲਿਖੀਆਂ ਉਹਨਾਂ ਨੇ, ਠੀਕ ਆ, ਤਾਂ ਕਿ ਲੋਕ ਇਹਨਾਂ ਨੂੰ ਪੜ੍ਹ ਕੇ ਕੀ ਆ ਵਧੀਆ ਸਿੱਖ ਸਕਣ, ਠੀਕ ਆ, ਔਰ ਅਵੇਅਰ ਹੋ ਸਕਣ।
उन्होंने सिक्ख्या का विकास करने लई सिक्ख्या संस्था भी खोलियां। देखो राजा मोहन राय ने सिक्ख्या का विकास करने लई बहुत सारिया सिक्ख्या संस्था खोलियां। उन्होंने आप खर्च किया, ठीक है, अपने अपने कोलों पैसे ला के उन्होंने किया कलकत्ता विखे एक अंग्रेजी स्कूल, ठीक है, वेदांत कॉलेज स्थापित किया, ठीक है, उन्होंने एक स्कूल खोलिया तो वेदांत कॉलेज खोलिया, ठीक है, उन्होंने कित्थे खोलिया कलकत्ता विच, ठीक है, पश्चिम बंगाल के कोले जिहड़ा, ठीक है। और ये राजा राम मोहन राय ने सिक्ख्या दे विच अपने काम कीते और सिक्ख्या दे विच सुधार कीते, ठीक है, ताकि जिहड़े इंडियंस पीपल सीगे उन्हां नूं वधिया ढंग दी सिक्ख्या प्रोवाइड हो सके। क्लीयर आ जे, ये तुसीं याद रखना, ठीक है, एक बार तुसीं भी रीड कर लेना, तुहानूं पुछा जा सकदा एग्जाम विच। स्वामी दयानंद सरस्वती, इस तो बाद जो अपने सिक्ख्या सुधारक होए आ, ठीक है, समाजिक सुधारक होए आ स्वामी दयानंद सरस्वती बारे आपां पढ़दे हां। सिक्ख्या का विकास करने लई स्वामी दयानंद सरस्वती जी संस्कृत वैदिक सिक्ख्या देण दे नाल नाल पश्चिमी सिक्ख्या देण दे हक विच सन। देखो जिस तरह राजा मोहन राय चाਹੁੰਦੇ ਸੀਗੇ पश्चिमी सिक्ख्या लैनी चाहिए, उस तरह स्वामी दयानंद सरस्वती भी चाਹੁੰਦੇ ਸੀ ਕਿ पश्चिमी सिक्ख्या लैनी चाहिए। पश्चिमी सिक्ख्या बहुत वधिया सीगी, बहुत ज़्यादा अपने इंडियंस पीपल ਲਈ ਕੀ ਆ ਚੰਗੀ ਸੀਗੀ। ਉਹ वैदिक सिक्ख्या जो वैद ਸੀਗੇ ਉਹਨਾਂ ਜਿਹੜੇ ਆਪਣੇ 4 वैद आ अर्थवेद अजुर्वेद सामवेद, ठीक है, ऋग्वेद ਉਹਦੇ ਅਕੋਰਡਿੰਗ ਸਿੱਖਿਆ ਦਿੰਦੇ ਸੀਗੇ, ਠੀਕ ਹੈ ਰਾਜੇ। ਔਰ ਉਹਨਾਂ ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਬਹੁਤ ਸਾਰੇ ਸਕੂਲ ਕਾਲਜ ਅਤੇ ਗੁਰੂਕੁਲ ਦੀ ਸਥਾਪਨਾ ਕੀਤੀ ਸੀ। ਹੁਣ ਵੀ ਨਾ ਗੁਰੂਕੁਲ ਕਾਲਜ ਹੈਗੇ ਨਾ ਆਪਣੇ, ਠੀਕ ਹੈ, ਗੁਰੂਕੁਲ ਸਕੂਲ ਕਾਲਜ, ਇਹ ਕਿਹਨਾਂ ਨੇ ਕੀਤੀ ਹੋਈ, ਇਹਨੂੰ ਸਥਾਪਨਾ ਕਿਹਨਾਂ ਨੇ ਕੀਤੀ ਹੋਈ, ਸਵਾਮੀ ਦਇਆਨੰਦ ਸਰਸਵਤੀ ਨੇ ਇਹਨਾਂ ਦੀ ਸਥਾਪਨਾ ਕੀਤੀ ਹੋਈ। ਇਹਨਾਂ ਨੇ ਪੰਜਾਬ ਵਿੱਚ ਵੀ, ਹੁਣ ਪੰਜਾਬ ਵਿੱਚ ਵੀ ਹੈਗੇ ਗੁਰੂਕੁਲ ਕਾਲਜ, ਠੀਕ ਹੈ, ਸਕੂਲ ਉੱਤਰ ਪ੍ਰਦੇਸ਼ ਵਿੱਚ ਸਾਰੇ ਕਿਤੇ ਹੈਗੇ, ਹੁਣ ਵੀ DAV ਕਾਲਜ ਵੀ ਹੈਗੇ, ਠੀਕ ਹੈ, ਸਾਰੇ ਹੁਣ DAV ਸਕੂਲ ਕਾਲਜ ਜਲੰਧਰ ਵਿੱਚ ਵਿਖੇ ਆਪਾਂ ਦੇਖਦੇ ਹਾਂ, ਠੀਕ ਹੈ। ਨੈਕਸਟ ਆਪਾਂ ਦੇਖਦੇ ਹਾਂ 1886 ਵਿੱਚ ਦਇਆਨੰਦ ਸਰਸਵਤੀ ਦੀ ਮੌਤ ਪਿੱਛੋਂ ਉਹਨਾਂ ਦੀ ਯਾਦ ਵਿੱਚ ਲਾਹੌਰ ਵਿਖੇ ਦਇਆਨੰਦ ਐਂਗਲੋ ਸਕੂਲ ਖੋਲ੍ਹਿਆ ਗਿਆ, ਠੀਕ ਹੈ। ਲਾਹੌਰ ਵਿਖੇ ਜਦੋਂ ਉਹਨਾਂ ਦੀ ਮੌਤ ਹੋਈ 1886 ਵਿੱਚ, ਤਾਂ ਉੱਥੇ ਲਾਹੌਰ ਵਿੱਚ ਦਇਆਨੰਦ ਐਂਗਲੋ ਸਕੂਲ ਖੋਲ੍ਹਿਆ ਗਿਆ। ਇਸ ਤੋਂ ਬਾਅਦ 1899 ਵਿੱਚ ਸਕੂਲ ਦੇ ਨਾਲ ਦਇਆਨੰਦ ਐਂਗਲੋ ਵੈਦਿਕ ਕਾਲਜ ਵੀ ਖੋਲ੍ਹਿਆ ਗਿਆ, ਠੀਕ ਹੈ। ਲਾਹੌਰ ਜਿਹੜਾ ਸਕੂਲ ਖੁੱਲ੍ਹਿਆ ਸੀ ਉਹਦੇ ਨਾਲ ਹੀ ਉਸ ਤੋਂ 3 ਸਾਲ ਬਾਅਦ ਕੀ ਹੋਇਆ ਕਿ ਉਹਨਾਂ ਨੇ ਐਂਗਲੋ ਵੈਦਿਕ ਕਾਲਜ ਵੀ ਖੋਲ੍ਹਤਾ। ਇਸ ਕਾਲਜ ਵਿੱਚ ਵਿਦਿਆਰਥੀਆਂ ਨੂੰ ਹਿੰਦੂ ਸਾਹਿਤ, ਸੰਸਕ੍ਰਿਤ, ਵੇਦਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ, ਵੇਦਾਂ ਦੀ ਸਿੱਖਿਆ ਦਿੱਤੀ ਜਾਂਦੀ ਸੀ, ਠੀਕ ਹੈ ਰਾਜੇ। ਤਾਂ ਜਿਹੜੇ ਆਪਣੇ ਵੇਦ ਆ, ਠੀਕ ਆ, 4 ਵੇਦ ਆ, ਅਰਥਵੇਦ, ਰਿਗਵੇਦ, ਸਾਮਵੇਦ, ਅਜੁਰਵੇਦ, ਠੀਕ ਹੈ। ਤਾਂ ਇਹਨਾਂ ਵੇਦਾਂ ਦੀ ਉਹਨਾਂ ਨੇ ਸਿੱਖਿਆ ਦਿੱਤੀ, ਠੀਕ ਆ। ਇੱਥੇ ਬਾਅਦ ਵਿੱਚ ਹੁਸ਼ਿਆਰਪੁਰ, ਜਲੰਧਰ, ਕਾਨਪੁਰ ਸ਼ਹਿਰ ਵਿੱਚ ਵੀ DAV ਸਕੂਲ ਖੋਲ੍ਹੇ ਗਏ। ਸਵਾਮੀ ਦਇਆਨੰਦ ਸਰਸਵਤੀ ਜੀ ਦੇ ਸਮੇਂ ਮੇਰਠ ਵਿੱਚ ਕੰਨਿਆ ਮਹਾਵਿਦਿਆਲਿਆ ਸਥਾਪਿਤ ਕੀਤਾ ਗਿਆ, ਠੀਕ ਹੈ। ਉਹਨਾਂ ਨੇ ਲੜਕੀਆਂ ਦੀ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ, ਠੀਕ ਹੈ। ਉਹਨਾਂ ਨੇ ਮੇਰਠ ਵਿੱਚ ਕੀ ਆ ਕੰਨਿਆ ਵਿਸ਼ਵ ਵਿਦਿਆਲਿਆ ਖੋਲ੍ਹਿਆ, ਠੀਕ ਹੈ ਰਾਜੇ। ਇਹ ਯਾਦ ਰੱਖਣਾ, ਇਹਨਾਂ ਨੇ ਕੀ ਆ ਐਜੂਕੇਸ਼ਨ ਵਿੱਚ ਵੀ ਸੁਧਾਰ ਕੀਤੇ, ਸਮਾਜ ਵਿੱਚ ਵੀ ਸੁਧਾਰ ਕੀਤੇ। ਨੈਕਸਟ ਆਪਾਂ ਦੇਖਦੇ ਹਾਂ ਸਵਾਮੀ ਵਿਵੇਕਾਨੰਦ। ਸਵਾਮੀ ਵਿਵੇਕਾਨੰਦ ਜੀ ਨੇ ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ, ਇਹ ਯਾਦ ਰੱਖਣਾ, ਪੁੱਛਿਆ ਜਾ ਸਕਦਾ MCQ 'ਚ। ਰਾਮਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ, ਤਾਂ ਤੁਸੀਂ MCQ 'ਚ ਟਿਕ ਕਿਹਦੇ ਲਾਉਣੀ, ਸਵਾਮੀ ਵਿਵੇਕਾਨੰਦ ਜੀ ਦੀ, ਓਕੇ। ਉਹਨਾਂ ਅਨੁਸਾਰ ਧਰਮ ਦੁਆਰਾ ਹੀ ਸਮਾਜ ਦਾ ਸੁਧਾਰ ਹੋ ਸਕਦਾ ਹੈ। ਉਹ ਸੋਚਦੇ ਸੀ ਕਿ ਧਰਮ ਦੁਆਰਾ ਹੀ ਸਮਾਜ ਦਾ ਸੁਧਾਰ ਹੋ ਸਕਦਾ। ਮੀਨਸ ਕਿ ਜੇਕਰ ਲੋਕ ਧਰਮ ਨੂੰ ਵੱਧ ਐਕਸੈਪਟ ਕਰਨਗੇ, ਉਹਦੇ ਵਚਨਾਂ 'ਤੇ ਚੱਲਣਗੇ, ਠੀਕ ਆ, ਰੂਲਸ ਫੋਲੋ ਕਰਨਗੇ, ਤਾਂ ਹੀ ਉਹਨਾਂ ਦਾ ਸੁਧਾਰ ਹੋ ਸਕਦਾ। ਉਹਨਾਂ ਨੇ ਭਾਰਤੀ ਸੰਸਕ੍ਰਿਤੀ ਦਾ ਅਮਰੀਕਾ ਅਤੇ ਯੂਰਪ ਵਿੱਚ ਪ੍ਰਚਾਰ ਕੀਤਾ। ਉਹਨਾਂ ਨੇ ਜਿਹੜੀ ਆਪਣੀ ਭਾਰਤੀ ਸੰਸਕ੍ਰਿਤੀ ਸੀਗੀ, ਜੋ ਉਹਨਾਂ ਨੇ ਕਿੱਥੇ ਕਿੱਥੇ ਪ੍ਰਚਾਰ ਕੀਤਾ, ਅਮਰੀਕਾ, ਰੂਸ ਵਿੱਚ ਪ੍ਰਚਾਰ ਕੀਤਾ, ਯੂਰਪ ਵਿੱਚ ਪ੍ਰਚਾਰ ਕੀਤਾ। ਇਸ ਮਿਸ਼ਨ ਨੇ ਸਮਾਜ ਦਾ ਸੁਧਾਰ ਕਰਨ ਲਈ ਅਨੇਕਾਂ ਸਕੂਲ, ਕਾਲਜ, ਲਾਇਬ੍ਰੇਰੀਆਂ, ਹਸਪਤਾਲ ਐਂਡ ਯਤੀਮਖਾਨੇ ਸਥਾਪਿਤ ਕੀਤੇ, ਠੀਕ ਹੈ। ਦੇਖੋ ਕਿਹਨੇ ਕੀਤਾ, ਸਵਾਮੀ ਵਿਵੇਕਾਨੰਦ ਜੀ ਨੇ। ਇਸ ਮਿਸ਼ਨ ਦੇ ਅਨੁਸਾਰ ਰਾਮਾ ਕ੍ਰਿਸ਼ਨਾ ਮਿਸ਼ਨ ਦੇ ਅਨੁਸਾਰ ਉਹਨਾਂ ਨੇ ਲਾਇਬ੍ਰੇਰੀਜ਼, ਕਾਲਜ, ਸਕੂਲ, ਹੌਸਪੀਟਲਸ ਐਂਡ ਯਤੀਮਖਾਨੇ, ਠੀਕ ਹੈ, ਉਹਨਾਂ ਨੇ ਸਥਾਪਿਤ ਕੀਤੇ, ਸਟੈਬਲਿਸ਼ ਕੀਤੇ। ਇਸ ਤੋਂ ਬਾਅਦ ਬੇਟਾ ਵੇਖਦੇ ਆਪਾਂ ਈਸ਼ਵਰ ਚੰਦਰ ਵਿਦਿਆ ਸਾਗਰ। ਇਹਨਾਂ ਨੇ ਵੀ ਬਹੁਤ ਵਧੀਆ ਰੋਲ ਪਾਇਆ, ਠੀਕ ਹੈ, ਐਜੂਕੇਸ਼ਨ ਸਿਸਟਮ ਦੇ ਵਿੱਚ।
ਔਰ ਇਹਨਾਂ ਨੇ ਬੁੱਕਸ ਲਿਖੀਆਂ, ਠੀਕ ਹੈ। ਈਸ਼ਵਰ ਚੰਦਰ ਵਿਦਿਆਸਾਗਰ ਇੱਕ ਹੋਰ ਪ੍ਰਸਿੱਧ ਵਿਦਵਾਨ ਸੀ। ਉਹਨਾਂ ਨੇ ਬੰਗਾਲੀ ਭਾਸ਼ਾ ਵਿੱਚ ਪ੍ਰੀਮੀਅਰ ਵਰਨਾ ਪ੍ਰੀਚਾ ਨਾਂ ਦੀ ਇੱਕ ਪੁਸਤਕ ਲਿਖੀ, ਠੀਕ ਹੈ, ਯਾਦ ਰੱਖਣਾ, ਪ੍ਰੀਮੀਅਰ ਵਰਨਾ ਪ੍ਰੀਚਾ ਨਾਮ ਦੀ ਇੱਕ ਪੁਸਤਕ ਲਿਖੀ, ਜਿਸ ਵਿੱਚ ਭਾਸ਼ਾ ਸਿੱਖਣਾ ਆਸਾਨ ਬਣਾਇਆ ਗਿਆ, ਠੀਕ ਹੈ। ਭਾਸ਼ਾ ਨੂੰ ਸਿੱਖਣ ਲਈ ਆਸਾਨ ਤਰੀਕਾ ਦੱਸਿਆ ਗਿਆ, ਜੋ ਕਿ ਅੱਜ ਕੱਲ੍ਹ ਵੀ ਬਹੁਤ ਪ੍ਰਚਲਿਤ ਹੈ। ਉਸਨੇ ਲੜਕੀਆਂ ਦੀ ਸਿੱਖਿਆ ਵੱਲ, ਜੋ ਲੜਕੀਆਂ ਸੀ ਉਹਨਾਂ ਦੀ ਸਿੱਖਿਆ ਵੱਲ ਵਿਸ਼ੇਸ਼ ਯੋਗਦਾਨ ਦਿੱਤਾ। ਉਹਨਾਂ ਨੇ ਕਿਹਨਾਂ ਨੇ ਦਿੱਤਾ? ਈਸ਼ਵਰ ਚੰਦਰ ਵਿਦਿਆਸਾਗਰ ਨੇ, ਠੀਕ ਹੈ। ਇਹਨਾਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ। ਆਹ ਬੁੱਕ ਦਾ ਨਾਮ ਯਾਦ ਕਰ ਲੈਣਾ, ਬਹੁਤ ਜ਼ਿਆਦਾ ਫੇਮਸ ਆ। ਨੈਕਸਟ ਆਪਾਂ ਦੇਖਦੇ ਹਾਂ ਸ਼੍ਰੀਮਤੀ ਐਨੀ ਬੇਸਟ, ਠੀਕ ਹੈ। ਔਰ ਇਹਨਾਂ ਨੇ ਕੀ ਰੋਲ ਅਦਾ ਕੀਤਾ ਇਹਦੇ, ਕਿਉਂਕਿ ਇਹ ਸ਼੍ਰੀਮਤੀ ਐਨੀ ਬੇਸਟ ਕੀ ਸੀਗੀ? ਇੱਕ ਫੋਰਨਰ ਸੀਗੀ, ਠੀਕ ਹੈ। ਇਹਨਾਂ ਨੇ ਭਾਰਤ ਵਿੱਚ ਬਹੁਤ ਸਾਰੇ ਸੁਧਾਰ ਕੀਤੇ। ਸ਼੍ਰੀਮਤੀ ਐਨੀ ਬੇਸਟ ਨੇ ਵਿਦਵਾਨ ਸੀ। ਸਿੱਖਿਆ ਦਾ ਵਿਕਾਸ ਕਰਨ ਲਈ ਭਾਰਤ ਵਿੱਚ ਕਈ ਸਥਾਨਾਂ 'ਤੇ ਲੜਕੀਆਂ ਲਈ ਸਕੂਲ ਅਤੇ ਕਾਲਜ ਸਥਾਪਿਤ ਕੀਤੇ। ਉਹਨਾਂ ਨੇ ਬਨਾਰਸ ਕੇਂਦਰੀ ਅਤੇ ਹਾਈ ਸਕੂਲ ਸਥਾਪਿਤ ਕੀਤਾ, ਜੋ ਬਾਅਦ ਵਿੱਚ ਹਿੰਦੂ ਵਿਸ਼ਵ ਵਿਦਿਆਲਿਆ ਬਣ ਗਿਆ, ਠੀਕ ਹੈ। ਓਕੇ, ਲੜਕੇ ਅਤੇ ਲੜਕੀਆਂ ਲਈ ਇਹਨਾਂ ਨੇ ਕਾਲਜ ਸਥਾਪਿਤ ਕੀਤੇ। ਬਨਾਰਸ ਵਿੱਚ ਇਹਨਾਂ ਨੇ ਕੇਂਦਰੀ ਹਾਈ ਸਕੂਲ ਸਥਾਪਿਤ ਕੀਤਾ, ਬਾਅਦ ਵਿੱਚ ਹਿੰਦੂ ਵਿਸ਼ਵ ਵਿਦਿਆਲਿਆ ਬਣ ਗਿਆ, ਠੀਕ ਹੈ। ਇੱਕ ਇਹ ਸੀਗਾ ਸ਼੍ਰੀਮਤੀ ਐਨੀ ਬੇਸਟ, ਇਹਨੂੰ ਤੁਸੀਂ ਯਾਦ ਰੱਖਣਾ, ਇੱਕ ਫੋਰਨਰ ਸੀਗੀ, ਠੀਕ ਹੈ। ਇਹਨੇ ਕੀ ਆ ਆਪਣੇ ਦੇਸ਼ ਵਿੱਚ ਐਜੂਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਵਿਕਾਸ ਕੀਤਾ। ਨੈਕਸਟ ਬੇਟਾ ਆਪਾਂ ਦੇਖਦੇ ਹਾਂ ਮਹਾਤਮਾ ਗਾਂਧੀ ਜੀ, ਠੀਕ ਹੈ। ਔਰ ਦੇਖਦੇ ਹਾਂ ਮਹਾਤਮਾ ਗਾਂਧੀ ਜੋ ਆਪਣੇ, ਜਿਹਨੂੰ ਆਪਾਂ ਰਾਸ਼ਟਰੀ ਪਿਤਾ ਮੰਨਦੇ ਹਾਂ, ਠੀਕ ਆ। ਤਾਂ ਉਹਨਾਂ ਨੇ ਕੀ ਐਜੂਕੇਸ਼ਨ ਦੇ ਪ੍ਰਤੀ ਉਹਨਾਂ ਦੇ ਵਿਚਾਰ ਕੀ ਸੀ? ਉਹ ਕਿੱਦਾਂ ਐਜੂਕੇਸ਼ਨ ਨੂੰ ਆਪਣੀ ਫਿਲੋਸਫੀ ਉਹਨਾਂ ਦੀ ਫਿਲੋਸਫੀ ਕਿੱਦਾਂ ਦੀ ਸੀਗੀ ਐਜੂਕੇਸ਼ਨ ਨੂੰ ਲੈ ਕੇ, ਠੀਕ ਆ। ਜੋ ਉਹਨਾਂ ਦੇ ਵਿਚਾਰ ਸੀਗੇ ਉਹ ਕੀ ਸੋਚਦੇ ਸੀ, ਠੀਕ ਹੈ। ਔਰ ਫਸਟ ਆਫ ਆਲ ਮੈਂ ਤੁਹਾਨੂੰ ਦੱਸਦਾ ਬੇਟਾ, ਜਿਹੜੇ ਮਹਾਤਮਾ ਗਾਂਧੀ ਸੀਗੇ ਉਹ ਵੈਸਟਰਨ ਜਿਹੜੀ ਐਜੂਕੇਸ਼ਨ ਸੀਗੀ ਉਹਦੇ ਕੀ ਆ ਵਿਰੋਧ ਵਿੱਚ ਸੀਗੇ। ਉਹ ਨਹੀਂ ਚਾਹੁੰਦੇ ਸੀ ਕਿ ਭਾਰਤੀ ਲੋਕ ਜਿਹੜੀ ਅੰਗਰੇਜ਼ੀ ਐਜੂਕੇਸ਼ਨ ਆ ਉਹਨੂੰ ਅਪਣਾਉਣ, ਠੀਕ ਆ। ਪੱਛਮੀ ਐਜੂਕੇਸ਼ਨ ਨੂੰ ਕੀ ਆ, ਪੱਛਮੀ ਸਿੱਖਿਆ ਨੂੰ ਅਪਣਾਉਣ, ਠੀਕ ਹੈ। ਤਾਂ ਮਹਾਤਮਾ ਗਾਂਧੀ ਜੀ ਨੇ ਸਿੱਖਿਆ ਸੰਬੰਧੀ ਜੋ ਵਿਚਾਰ ਦਿੱਤੇ ਇਸ ਅਨੁਸਾਰ ਹਨ। ਅੰਗਰੇਜ਼ੀ ਸਿੱਖਿਆ ਨੇ ਸਾਨੂੰ, ਉਹ ਕਹਿੰਦਾ ਸੀ ਕਿ ਮਹਾਤਮਾ ਗਾਂਧੀ ਕਹਿੰਦੇ ਸੀਗੇ ਅੰਗਰੇਜ਼ੀ ਸਿੱਖਿਆ ਨੇ ਸਾਨੂੰ ਗੁਲਾਮ ਬਣਾ ਦਿੱਤਾ, ਠੀਕ ਹੈ। ਔਰ ਕੀ ਕੀਤਾ, ਕਿਵੇਂ ਗੁਲਾਮ ਬਣਾਤਾ? ਮਹਾਤਮਾ ਗਾਂਧੀ ਜੀ ਦੇ ਅਨੁਸਾਰ ਪੱਛਮੀ ਸਿੱਖਿਆ ਦੇ ਪ੍ਰਭਾਵ ਹੇਠ ਆ ਕੇ ਭਾਰਤੀਆਂ ਨੇ ਪੱਛਮੀ ਸੱਭਿਅਤਾ ਨੂੰ ਉੱਤਮ ਮੰਨਣਾ ਸ਼ੁਰੂ ਕਰਤਾ। ਜਦੋਂ ਪੱਛਮੀ ਸਿੱਖਿਆ ਆਈ, ਠੀਕ ਹੈ, ਜਿਹੜੇ ਭਾਰਤ ਦੇ ਲੋਕ ਸੀਗੇ ਤਾਂ ਉਹਨਾਂ ਨੇ ਕੀ ਕੀਤਾ? ਪੱਛਮੀ ਸਿੱਖਿਆ ਨੂੰ ਕੀ ਆ ਉੱਤਮ ਮੰਨਣਾ ਸਟਾਰਟ ਕਰਤਾ। ਔਰ ਜਿਹੜੀ ਇੰਡੀਅਨਸ ਸਿਵਲਾਈਜੇਸ਼ਨ ਸੀਗੀ, ਸੱਭਿਅਤਾ ਸੀਗੀ, ਉਹਨੂੰ ਕੀ ਆ ਉਹ ਮਤਲਬ ਕਿ ਉਹਦੇ ਵੱਲ ਘੱਟ ਧਿਆਨ ਚਲੇ ਗਿਆ। ਜਿੱਦਾਂ ਆਪਾਂ ਵੇਖਦੇ ਹਾਂ ਕਿ ਲਘੂ ਉਦਯੋਗ ਸੀਗੇ, ਜੋ ਹੈ ਨਾ ਇੰਡਸਟਰੀ ਸੀਗੀਆਂ, ਸਮੋਲ ਸਕੇਲ ਇੰਡਸਟਰੀ ਸੀਗੀਆਂ ਇੰਡੀਆ ਵਿੱਚ। ਜਦੋਂ ਅੰਗਰੇਜ਼ ਆਏ ਤਾਂ ਉਹਨਾਂ ਨੇ ਬਿੱਗ ਇੰਡਸਟਰੀਜ਼ ਲੈ ਕੇ ਆਉਂਦੀਆਂ, ਤਾਂ ਜਿਹੜੇ ਭਾਰਤ ਦੇ ਲੋਕ ਸੀਗੇ ਉਹਨਾਂ ਦਾ ਸਮੋਲ ਸਕੇਲ ਇੰਡਸਟਰੀ ਤੋਂ ਧਿਆਨ ਹਟ ਗਿਆ ਅਤੇ ਬਿੱਗ ਇੰਡਸਟਰੀਆਂ 'ਤੇ ਲੱਗ ਗਿਆ। ਉਸੇ ਤਰ੍ਹਾਂ ਮਹਾਤਮਾ ਗਾਂਧੀ ਇੱਥੇ ਕਹਿ ਰਹੇ ਸੀ ਕਿ ਜਿਹੜੇ ਨਵੀਂ ਸਿੱਖਿਆ ਨੀਤੀ ਆਈ ਆ ਉਹਦੇ ਵਿੱਚ ਭਾਰਤ ਦੇ ਲੋਕ ਕੀ ਆ ਆਪਣੀ ਸੱਭਿਅਤਾ ਨੂੰ ਖੋ ਬੈਠਣਗੇ। ਇਸ ਲਈ ਕੀ ਆ ਉਹ ਨਹੀਂ ਚਾਹੁੰਦੇ ਸੀ ਕਿ ਉਹ ਪੱਛਮੀ ਸਿੱਖਿਆ ਨੂੰ ਅਪਣਾਉਣ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਬੇਟਾ, ਦੇਖੋ ਫਿਰ ਕੀ ਹੋਇਆ ਕਿ ਇਹਨਾਂ ਸੰਸਥਾ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਹਰੇਕ ਚੀਜ਼ ਤੋਂ ਪੱਛਮ ਤੋਂ ਉਹਦੀ ਪ੍ਰਸ਼ੰਸਾ ਕਰਦੇ ਸੀ। ਇੱਥੋਂ ਤੱਕ ਕਿ ਬ੍ਰਿਟਿਸ਼ ਸ਼ਾਸਨ ਦੀ ਵੀ ਪ੍ਰਸ਼ੰਸਾ ਕਰਦੇ ਸੀਗੇ, ਠੀਕ ਹੈ। ਜੋ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਸੀ, ਕਾਲਜਾਂ ਵਿੱਚ ਪੜ੍ਹਦੇ ਸੀ ਬੱਚੇ, ਉਹ ਕੀ ਆ ਉਹ ਜੋ ਪੱਛਮ ਤੋਂ ਕੋਈ ਵੀ ਚੀਜ਼ ਆਉਂਦੀ ਸੀ ਤਾਂ ਉਹਦੀ ਪ੍ਰਸ਼ੰਸਾ ਕਰਦੇ ਸੀ। ਇੱਥੋਂ ਤੱਕ ਕਿ ਬ੍ਰਿਟਿਸ਼ ਸ਼ਾਸਨ ਦੀ ਵੀ ਪ੍ਰਸ਼ੰਸਾ ਕਰਦੇ ਸੀ। ਅਤੇ ਰਾਸ਼ਟਰੀ ਅੰਦੋਲਨ ਦੇ ਦੌਰਾਨ ਵਿਦਿਆਰਥੀਆਂ ਨੂੰ ਇਹੋ ਜਿਹੀ ਸਿੱਖਿਆ ਸੰਸਥਾ ਛੱਡਣ ਲਈ ਕਿਹਾ ਗਿਆ। ਤਾਂ ਅੰਗਰੇਜ਼ਾਂ ਨੂੰ ਦੱਸਣਾ ਕਿ ਉਹ ਹੋਰ ਗੁਲਾਮ ਨਹੀਂ ਰਹਿ ਸਕਦੇ ਤੁਹਾਡੇ, ਠੀਕ ਆ। ਉਹ ਗੁਲਾਮ ਸਦਾ ਤੀਕ ਨਹੀਂ ਰਹਿ ਸਕਦੇ, ਕਿਉਂਕਿ ਇਹ ਵੀ ਉਹਨਾਂ ਨੇ ਆਪਣੇ ਓਨ ਪ੍ਰੋਫਿਟ ਲਈ ਕੀਤਾ ਸੀ। ਮਹਾਤਮਾ ਗਾਂਧੀ ਜੀ ਮੰਨਦੇ ਸੀਗੇ, ਠੀਕ ਹੈ। ਤਾਂ ਵਿਦੇਸ਼ੀ ਭਾਸ਼ਾ ਬੋਲਣ ਵਾਲੇ ਭਾਰਤੀ ਆਪਣੀ ਜਨਤਾ ਨਾਲ ਜੁੜੇ ਰਹਿਣ ਅਤੇ ਤੌਰ ਤਰੀਕੇ ਭੁੱਲ ਚੁੱਕੇ ਸਨ। ਉਹਨਾਂ ਨੂੰ ਆਪਣੀ ਹੀ ਭੂਮੀ 'ਤੇ ਅਜਨਬੀ ਬਣਾ ਦਿੱਤਾ ਗਿਆ ਸੀ, ਠੀਕ ਹੈ। ਉਹ ਬਿਲਕੁਲ ਵੀ ਆਪਣੀ ਭੂਮੀ ਨੂੰ ਅਜਨਬੀ ਵਾਂਗ ਕੀ ਆ ਲੈਂਦੇ ਸੀਗੇ, ਕਿਉਂਕਿ ਉਹਨਾਂ ਦੇ ਮੂੰਹ 'ਤੇ ਪੱਛਮੀ ਸਿੱਖਿਆ, ਪੱਛਮੀ ਚੀਜ਼ਾਂ, ਠੀਕ ਹੈ, ਪੱਛਮੀ ਪਹਿਰਾਵੇ ਦਾ ਕੀ ਆ ਬੋਲਬਾਲਾ ਸੀਗਾ ਉਹਨਾਂ ਦੇ ਦਿਮਾਗਾਂ 'ਤੇ। ਮਹਾਤਮਾ ਗਾਂਧੀ ਅਨੁਸਾਰ ਸਿੱਖਿਆ ਕੇਵਲ ਭਾਰਤੀ ਭਾਸ਼ਾਵਾਂ ਵਿੱਚ ਹੀ ਦਿੱਤੀ ਜਾਣੀ ਚਾਹੀਦੀ ਹੈ। ਮਹਾਤਮਾ ਗਾਂਧੀ ਇਹ ਸੋਚਦੇ ਸੀ ਕਿ ਸਿੱਖਿਆ ਭਾਰਤੀ ਜੋ ਭਾਸ਼ਾਵਾਂ ਉਹਨਾਂ ਵਿੱਚ ਹੀ ਦਿੱਤੀ ਜਾਣੀ ਚਾਹੀਦੀ, ਤਾਂ ਕਿ ਬੱਚਾ ਚੰਗੀ ਤਰ੍ਹਾਂ ਸਿੱਖ ਸਕੇ। ਜਿਹੜੇ ਭਾਰਤੀ ਅੰਗਰੇਜ਼ੀ ਵਿੱਚ ਪੜ੍ਹਦੇ ਸਨ ਉਹਨਾਂ ਨੂੰ ਨਾ ਤਾਂ ਅੰਗਰੇਜ਼ੀ ਅਤੇ ਨਾ ਹੀ ਆਪਣੀ ਭਾਸ਼ਾ
ਚੰਗੀ ਤਰ੍ਹਾਂ ਆਉਂਦੀ ਸੀਗੀ। ਹੁਣ ਦੇਖੋ, ਕਿਉਂਕਿ ਕਈ ਭਾਰਤੀ ਅੰਗਰੇਜ਼ੀ ਵਿੱਚ ਪੜ੍ਹਦੇ ਸੀ, ਨਾ ਹੀ ਉਹਨਾਂ ਨੂੰ ਅੰਗਰੇਜ਼ੀ ਆਉਂਦੀ ਸੀ ਅਤੇ ਨਾ ਹੀ ਆਪਣੀ ਭਾਸ਼ਾ ਆਉਂਦੀ ਸੀ। ਤਾਂ ਜਿਸ ਕਰਕੇ ਕੀ ਆ, ਉਹ ਨਾ ਉਹ ਇੱਧਰ ਦੇ ਨਾ ਸੀਗੇ ਅਤੇ ਨਾ ਉਹ ਉੱਧਰ ਦੇ ਸੀਗੇ। ਉਹ ਘਰ ਦੇ ਕੰਮਾਂ ਤੋਂ ਵੀ ਨਕਾਰੇ ਹੋਣ ਲੱਗੇ, ਕਿਉਂਕਿ ਉਹ ਕੰਮ ਕਰਨਾ ਅਤੇ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਸਨ। ਸਿੱਟੇ ਵਜੋਂ ਬੇਰੁਜ਼ਗਾਰੀ ਅਤੇ ਭਿਆਨਕ ਰੂਪ ਧਾਰਨ ਕਰ ਲਿਆ। ਬੇਰੁਜ਼ਗਾਰੀ ਆ ਗਈ ਜਿਹਨੇ ਭਿਆਨਕ ਰੂਪ ਧਾਰਨ ਕਰ ਲਿਆ। ਤਾਂ ਇਸ ਵਿੱਚੋਂ ਲੋਕਾਂ ਨੂੰ ਕੱਢਣ ਲਈ ਮਹਾਤਮਾ ਗਾਂਧੀ ਜੀ ਨੇ ਪੱਛਮੀ ਸਿੱਖਿਆ ਵਿੱਚ ਕੇਵਲ ਪੜ੍ਹਨ ਲਿਖਣਾ ਅਤੇ ਪੱਛਮੀ ਸਿੱਖਿਆ ਜਿਹੜੀ ਸੀਗੀ ਉਹਦੇ ਵਿਰੁੱਧ ਕੀ ਆ, ਵਿਰੋਧ ਕੀਤਾ। ਪੱਛਮੀ ਸਿੱਖਿਆ ਵਿੱਚ ਕੀ ਸੀਗਾ, ਉਹਦੇ ਵਿੱਚ ਕੇਵਲ ਪੜ੍ਹਨ ਲਿਖਣਾ, ਪਾਠ ਪੁਸਤਕਾਂ 'ਤੇ ਜ਼ੋਰ ਦਿੱਤਾ ਜਾਂਦਾ ਸੀਗਾ। ਠੀਕ ਹੈ, ਜੀਵਨ ਦੇ ਅਨੁਭਵਾਂ 'ਤੇ ਕੋਈ ਜ਼ੋਰ ਨਹੀਂ ਦਿੱਤਾ ਜਾਂਦਾ ਸੀਗਾ। ਜੀਵਨ ਨੂੰ ਕਿੱਦਾਂ ਜੀਣਾ, ਜੀਵਨ ਨੂੰ ਕਿੱਦਾਂ ਬਤੀਤ ਕਰਨਾ। ਠੀਕ ਆ, ਅਤੇ ਮਹਾਤਮਾ ਗਾਂਧੀ ਚਾਹੁੰਦੇ ਸੀ ਕਿ ਬੱਚਿਆਂ ਦੇ, ਵਿਦਿਆਰਥੀਆਂ ਦੇ ਹੱਥਾਂ ਵਿੱਚ ਹੁਨਰ ਪੈਦਾ ਕੀਤਾ ਜਾਵੇ। ਠੀਕ ਆ, ਵਿਦਿਆਰਥੀ ਆਪ ਕੰਮ ਕਰ ਸਕਣ। ਠੀਕ ਹੈ, ਅਤੇ ਵਿਦਿਆਰਥੀ ਨੂੰ ਆਪਣੇ ਕੰਮ ਆਪ ਕਰਨੇ ਅਤੇ ਹੁਨਰ ਵਿਕਸਿਤ ਕਰਨੇ ਚਾਹੀਦੇ ਹਨ। ਠੀਕ ਆ, ਉਹ ਚਾਹੁੰਦੇ ਸੀ ਮਹਾਤਮਾ ਗਾਂਧੀ। ਇਸ ਤੋਂ ਬਾਅਦ ਉਹਨਾਂ ਨੇ ਹੁਨਰ ਸਿੱਖਣਾ ਚਾਹੀਦਾ ਉਹਨਾਂ ਨੂੰ, ਵਿਦਿਆਰਥੀਆਂ ਨੂੰ, ਇਹ ਵੀ ਉਹਨਾਂ ਨੇ ਕਿਹਾ ਮਹਾਤਮਾ ਗਾਂਧੀ ਜੀ ਨੇ। ਇਹਨਾਂ ਕਾਰਨਾਂ ਕਰਕੇ ਗਾਂਧੀ ਜੀ ਨੇ ਬੁਨਿਆਦੀ ਸਿੱਖਿਆ ਦਾ ਪ੍ਰੋਗਰਾਮ ਬਣਾਇਆ। ਠੀਕ ਹੈ, ਬੇਸਿਕ ਸਿੱਖਿਆ ਦਾ, ਜੋ ਛੋਟੇ ਬੱਚਿਆਂ ਨੂੰ ਸਕੂਲਾਂ ਰਾਹੀਂ ਕੰਮ ਕਾਜ ਦੀ ਸਿੱਖਿਆ ਦਿੱਤੀ ਜਾ ਸਕੇ। ਠੀਕ ਹੈ, ਵੋਕੇਸ਼ਨਲ ਐਜੂਕੇਸ਼ਨ ਆਪਾਂ ਪੜ੍ਹਦੇ ਹਾਂ ਨਾ, ਉਹ ਦਿੱਤੀ ਜਾਣ ਲੱਗ ਗਈ। ਰਵਿੰਦਰ ਨਾਥ ਟੈਗੋਰ ਦਾ ਸ਼ਾਂਤੀ ਨਿਕੇਤਨ। ਰਵਿੰਦਰ ਨਾਥ ਟੈਗੋਰ ਨੇ ਸ਼ਾਂਤੀ ਨਿਕੇਤਨ ਸਕੂਲ ਨੂੰ ਸਥਾਪਿਤ ਕੀਤਾ। ਤਾਂ ਰਵਿੰਦਰ ਨਾਥ ਟੈਗੋਰ ਨੇ 1901 ਵਿੱਚ ਇਹ ਸੰਸਥਾ ਸ਼ੁਰੂ ਕੀਤੀ। ਠੀਕ ਆ, ਜਦੋਂ ਰਵਿੰਦਰ ਨਾਥ ਟੈਗੋਰ ਬੱਚੇ ਸਨ ਤਾਂ ਉਹਨਾਂ ਨੂੰ ਸਕੂਲ ਜਾਣਾ ਜੇਲ੍ਹ ਵਾਂਗ ਲੱਗਦਾ ਸੀ। ਠੀਕ ਆ, ਉਹ ਇੱਦਾਂ ਫੀਲ ਕਰਦੇ ਸੀ ਕਿ ਮੈਂ ਜੇਲ੍ਹ ਚੱਲਿਆ, ਉੱਥੇ ਉਹਨਾਂ ਦਾ ਦਮ ਘੁੱਟਦਾ ਸੀਗਾ। ਠੀਕ ਆ ਰਾਜੇ, ਜਦੋਂ ਦੂਸਰੇ ਬੱਚੇ ਅਧਿਆਪਕ ਨੂੰ ਸੁਣ ਰਹੇ ਹੁੰਦੇ ਸੀ ਤਾਂ ਰਵਿੰਦਰ ਨਾਥ ਟੈਗੋਰ ਦਾ ਦਿਮਾਗ ਕਿਤੇ ਹੋਰ ਭਟਕ ਰਿਹਾ ਹੁੰਦਾ ਸੀਗਾ, ਮਤਲਬ ਕਿ ਉਹਦਾ ਇੰਟਰਸਟ ਨਹੀਂ ਸੀਗਾ ਸਕੂਲ ਵਿੱਚ, ਉਹ ਸਕੂਲ ਨੂੰ ਇੱਕ ਜੇਲ੍ਹ ਵਾਂਗ ਸਮਝਦਾ ਸੀ। ਠੀਕ ਹੈ, ਤਾਂ ਬਾਅਦ ਵਿੱਚ ਕੀ ਹੋਇਆ ਕਿ ਉਹਨਾਂ ਨੇ ਵੱਡੇ ਹੋ ਕੇ ਉਹਨਾਂ ਨੇ ਇੱਕ ਅਜਿਹਾ ਸਕੂਲ ਖੋਲ੍ਹਣ ਬਾਰੇ ਸੋਚਿਆ ਜਿੱਥੇ ਬੱਚੇ ਖੁਸ਼ ਰਹਿਣ, ਆਜ਼ਾਦ ਹੋਣ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਣ। ਠੀਕ ਹੈ, ਆਪਣੇ ਵਿਚਾਰਾਂ ਨੂੰ ਦੂਜਿਆਂ ਤੱਕ ਪ੍ਰਗਟ ਕਰ ਸਕਣ ਅਤੇ ਵਿਚਾਰਾਂ ਨੂੰ ਸਮਝ ਸਕਣ। ਇਹ ਸਕੂਲ ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤੀ ਗਈ ਸਿੱਖਿਆ ਵਿਵਸਥਾ ਦੇ ਸਖਤ ਅਤੇ ਬੰਧਨਕਾਰੀ ਅਨੁਸ਼ਾਸਨ ਤੋਂ ਮੁਕਤ ਹੋਣਾ ਚਾਹੀਦਾ। ਉਹ ਕਹਿੰਦੇ ਵੀ ਜਿਹੜਾ ਉਹ ਸ਼ਾਂਤੀ ਨਿਕੇਤਨ ਸਕੂਲ ਜਿਹਨੇ ਖੋਲ੍ਹਿਆ ਸੀਗਾ ਰਵਿੰਦਰ ਨਾਥ ਟੈਗੋਰ ਜੀ ਨੇ ਖੋਲ੍ਹਿਆ ਸੀ ਸ਼ਾਂਤੀ ਨਿਕੇਤਨ ਸਕੂਲ, ਉਹਦੇ ਵਿੱਚ ਕੀ ਸੀਗਾ ਕਿ ਅੰਗਰੇਜ਼ਾਂ ਦੀ ਨੀਤੀ ਦਾ ਕੋਈ ਪ੍ਰਭਾਵ ਨਹੀਂ ਸੀਗਾ, ਉਹਨਾਂ ਦੇ ਬੰਧਨਾਂ ਤੋਂ ਰਹਿਤ ਸੀਗਾ ਸਕੂਲ। ਠੀਕ ਆ, ਉਹ ਸਕੂਲ ਵਿੱਚ ਕੀ ਹੁੰਦਾ ਸੀ ਕਿ ਬੱਚੇ ਪ੍ਰਕਿਰਤੀ ਦੇ ਅਨੁਸਾਰ ਜੋ ਉਹਨਾਂ ਦੇ ਮਨ ਵਿੱਚ ਵਿਚਾਰ ਆ ਰਹੇ ਆ, ਠੀਕ ਆ, ਉਹਨੂੰ ਪ੍ਰਗਟ ਕਰ ਸਕਣ। ਜੋ ਉਹਨਾਂ ਦੇ ਮਨ ਵਿੱਚ ਚੱਲ ਰਿਹਾ ਉਹਨੂੰ ਕਿਉਰਿਓਸਿਟੀ ਉਹਨਾਂ 'ਚੋਂ ਬਾਹਰ ਆ ਸਕੇ। ਠੀਕ ਆ, ਉਤਸੁਕਤਾ ਪੈਦਾ ਹੋ ਸਕੇ ਉਹਨਾਂ ਦੇ ਮਨ ਵਿੱਚ। ਠੀਕ ਹੈ, ਅਧਿਆਪਕ ਵਿਦਿਆਰਥੀਆਂ ਨੂੰ ਸਮਝੇ ਅਤੇ ਉਹਨਾਂ ਵਿੱਚ ਉਤਸੁਕਤਾ ਅਤੇ ਜਾਣਨ ਦੀ ਇੱਛਾ ਵਿਕਸਿਤ ਕਰੇ। ਠੀਕ ਆ, ਇਹ ਮਾਹੌਲ ਸੀਗਾ। ਅਤੇ ਜਿਹੜੇ ਸਕੂਲ ਬਣਾਇਆ ਗਿਆ ਸੀ 100 ਕਿਲੋਮੀਟਰ ਕਲਕੱਤਾ, ਉਹਨਾਂ ਨੇ ਕਲਕੱਤਾ ਤੋਂ 100 ਕਿਲੋਮੀਟਰ ਦੀ ਦੂਰੀ 'ਤੇ ਪੇਂਡੂ ਖੇਤਰ ਵਿੱਚ ਇਹ ਸਕੂਲ ਖੋਲ੍ਹਿਆ ਸੀ। ਠੀਕ ਆ, ਇਹ ਜਿਹੜਾ ਸਕੂਲ ਸੀਗਾ ਇਹ ਪ੍ਰਕਿਰਤੀ ਦੇ ਨਾਲ ਅਟੈਚ ਸੀਗਾ। ਠੀਕ ਆ, ਪੂਰਾ ਮਿਲਿਆ ਸੀਗਾ। ਠੀਕ ਆ, ਤਾਂ ਕਿ ਬੱਚੇ ਵਧੀਆ ਢੰਗ ਦੀ ਐਜੂਕੇਸ਼ਨ ਪ੍ਰਾਪਤ ਕਰ ਸਕਣ। ਮਹਾਤਮਾ ਗਾਂਧੀ ਅਤੇ ਰਵਿੰਦਰ ਨਾਥ ਟੈਗੋਰ ਭਾਵੇਂ ਇੱਕੋ ਜਿਹੇ ਵਿਚਾਰ ਸਨ, ਪਰੰਤੂ ਮਹਾਤਮਾ ਗਾਂਧੀ ਜੀ ਪੱਛਮੀ ਸਿੱਖਿਆ ਦੇ ਕੱਟੜ ਆਲੋਚਕ ਸਨ। ਮਹਾਤਮਾ ਗਾਂਧੀ ਅਤੇ ਰਵਿੰਦਰ ਨਾਥ ਟੈਗੋਰ ਦੇ ਵਿਚਾਰ ਇੱਕੋ ਸੀ, ਪਰ ਮਹਾਤਮਾ ਗਾਂਧੀ ਜਿਹੜੇ ਪੱਛਮੀ ਸਿੱਖਿਆ ਸੀ ਉਹਦੇ ਬਿਲਕੁਲ ਕੱਟੜ ਆਲੋਚਕ ਸੀਗੇ, ਭਾਵ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਸੀਗੇ। ਠੀਕ ਹੈ, ਤਾਂ ਸ਼ਾਂਤੀ ਨਿਕੇਤਨ ਵਿਖੇ ਕਲਾ, ਸੰਗੀਤ, ਨਾਚ, ਵਿਗਿਆਨ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ। ਠੀਕ ਹੈ, ਕਲਾ, ਸੰਗੀਤ, ਨਾਚ, ਵਿਗਿਆਨ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ ਸ਼ਾਂਤੀ ਨਿਕੇਤਨ ਸਕੂਲ ਵਿੱਚ। ਠੀਕ ਹੈ, ਕਿਹਨੇ ਖੋਲ੍ਹਿਆ ਸੀ? ਰਵਿੰਦਰ ਨਾਥ ਟੈਗੋਰ ਨੇ। ਠੀਕ ਹੈ, ਇਸ ਤੋਂ ਬਾਅਦ ਬੇਟਾ ਆਪਾਂ ਗੱਲ ਕਰਦੇ ਹਾਂ, ਸਰ ਸੈਯਦ ਅਹਿਮਦ ਖਾਂ ਅਲੀਗੜ੍ਹ ਅੰਦੋਲਨ। ਠੀਕ ਹੈ, ਇਹਦੇ ਬਾਰੇ ਗੱਲ ਕਰਦੇ ਹਾਂ, ਅਲੀਗੜ੍ਹ ਅੰਦੋਲਨ ਬਾਰੇ। ਸਰ ਸੈਯਦ ਅਹਿਮਦ ਖਾਂ ਪਹਿਲਾ ਮੁਸਲਮਾਨ ਸਮਾਜ ਸੁਧਾਰਕ ਸੀਗਾ, ਅਤੇ ਉਹ ਇੱਕ ਮੁਸਲਮਾਨ ਸੀ ਅਤੇ ਉਹ ਪਹਿਲਾ ਮੁਸਲਮਾਨ ਸੀ ਜਿਹਨੇ ਸਮਾਜ ਲਈ ਕੰਮ ਕੀਤਾ। ਠੀਕ ਹੈ, ਉਹਨਾਂ ਨੇ 19ਵੀਂ ਸਦੀ ਵਿੱਚ ਇਸਲਾਮੀ ਸਮਾਜ ਅਤੇ ਧਰਮ ਦਾ ਸੁਧਾਰ ਕਰਨ ਲਈ ਅਲੀਗੜ੍ਹ ਅੰਦੋਲਨ ਦੀ ਨੀਂਹ ਰੱਖੀ ਸੀ। ਉਹਨਾਂ ਨੇ ਭਾਰਤੀ ਮੁਸਲਮਾਨਾਂ ਵਿੱਚ ਪ੍ਰਚਲਿਤ ਅੰਧ ਵਿਸ਼ਵਾਸ ਅਤੇ ਝੂਠੇ ਰੀਤੀ ਰਿਵਾਜ਼ਾਂ ਨੂੰ ਖਤਮ ਕਰਨ ਲਈ ਇਸਲਾਮ ਧਰਮ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ। ਠੀਕ ਹੈ, ਮੀਨਸ
ਕਿ ਜੋ ਮੁਸਲਮਾਨ ਸੀਗੇ, ਠੀਕ ਆ, ਉਹਨਾਂ ਵਿੱਚ ਅੰਧ ਵਿਸ਼ਵਾਸ ਸੀਗਾ, ਝੂਠੇ ਰੀਤੀ ਰਿਵਾਜ ਸੀਗੇ, ਠੀਕ ਆ, ਤਾਂ ਉਹਨਾਂ ਨੂੰ ਖਤਮ ਕਰਨ ਲਈ ਸਰ ਸੈਯਦ ਅਹਿਮਦ ਖਾਨ ਨੇ ਕੀ ਆ, ਇਸਲਾਮ ਧਰਮ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ। ਮਤਲਬ ਕਿ ਦੱਸਿਆ ਉਹਨਾਂ ਨੂੰ, ਇਸਲਾਮ ਧਰਮ ਬਾਰੇ ਦੱਸਿਆ ਉਹਨਾਂ ਨੂੰ, ਉਹਦੇ ਸਿਧਾਂਤਾਂ ਬਾਰੇ ਦੱਸਿਆ ਵੀ ਆਪਣੇ ਜਿਹੜਾ ਧਰਮ ਆ ਉਹਦੇ ਵਿੱਚ ਜਿਹੜੇ ਅੰਧ ਵਿਸ਼ਵਾਸ ਆ, ਰੀਤੀ ਰਿਵਾਜ ਆ, ਉਹ ਕੀ ਆ, ਮੀਨਿੰਗਲੈਸ ਆ, ਭਾਵ ਇੱਕ ਸੱਚੇ ਪਰਮਾਤਮਾ ਨੂੰ ਮੰਨੋ, ਠੀਕ ਆ। ਉਹਨਾਂ ਨੇ ਮੇਨ ਇਹੀ ਦੱਸਿਆ ਸੀ ਵੀ ਸਾਨੂੰ ਵਹਿਮ ਭਰਮ ਵਿੱਚ, ਅੰਧ ਵਿਸ਼ਵਾਸਾਂ ਵਿੱਚ ਨਹੀਂ ਪੈਣਾ ਚਾਹੀਦਾ। ਤਾਂ ਉਸਨੇ ਦੇਖੋ ਸਰ ਸੈਯਦ ਅਹਿਮਦ ਖਾਨ ਨੇ ਵੀ ਪੱਛਮੀ ਸਿੱਖਿਆ ਪ੍ਰਾਪਤ ਕਰਨ ਲਈ, ਪੱਛਮੀ ਸਾਹਿਤ ਦਾ ਅਧਿਐਨ ਕਰਨ ਲਈ ਜ਼ੋਰ ਦਿੱਤਾ, ਠੀਕ ਆ। ਉਹਨਾਂ ਨੇ ਵੀ ਕਿਹਾ ਕਿ ਪੱਛਮੀ ਸਿੱਖਿਆ ਨੂੰ ਪ੍ਰਾਪਤ ਕਰੋ, ਪੱਛਮੀ ਜਿਹੜਾ ਸਾਹਿਤ ਆ, ਲਿਟਰੇਚਰ ਉਹਨੂੰ ਪੜ੍ਹੋ, ਠੀਕ ਹੈ। ਤਾਂ ਉਹਨਾਂ ਨੇ ਬਾਅਦ ਵਿੱਚ ਜਦੋਂ ਉਹਨਾਂ ਨੇ 1875 ਵਿੱਚ ਅਲੀਗੜ੍ਹ ਵਿੱਚ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ। ਕਿੰਨੇ ਵਿੱਚ ਰਾਜੇ? 1875 ਵਿੱਚ। ਕਿਹੜਾ ਕਾਲਜ ਸੀਗਾ? ਐਂਗਲੋ ਓਰੀਐਂਟਲ ਕਾਲਜ, ਠੀਕ ਆ, ਮੁਸਲਿਮ ਐਂਗਲੋ ਓਰੀਐਂਟਲ ਕਾਲਜ, ਠੀਕ ਹੈ। ਮਤਲਬ ਕਿ ਉੱਥੇ ਸਥਾਪਨਾ ਕੀਤੀ, ਉਹਦੇ ਵਿੱਚ ਐਜੂਕੇਸ਼ਨ ਜਿਹੜੇ ਬੱਚੇ ਪ੍ਰਾਪਤ ਕਰਨ ਲੱਗੇ। ਬਾਅਦ ਵਿੱਚ ਉਹਨਾਂ ਨੇ ਕਾਲਜ ਅਲੀਗੜ੍ਹ ਅੰਦੋਲਨ ਦੀਆਂ ਗਤੀਵਿਧੀਆਂ ਦਾ ਕੇਂਦਰ ਬਣਾ ਲਿਆ, ਠੀਕ ਹੈ। ਬਾਅਦ ਵਿੱਚ ਇਸ ਨੂੰ ਜਦੋਂ ਅਲੀਗੜ੍ਹ ਦਾ ਅੰਦੋਲਨ ਚੱਲਿਆ ਤਾਂ ਇਹ ਗਤੀਵਿਧੀਆਂ ਦਾ ਕੀ ਆ, ਇੱਕ ਕੇਂਦਰ ਬਣ ਗਿਆ। 1920 ਵਿੱਚ ਇਸ ਕਾਲਜ ਦੇ ਸਥਾਨ 'ਤੇ ਅਲੀਗੜ੍ਹ ਮੁਸਲਮਾਨ ਵਿਸ਼ਵ ਵਿਦਿਆਲਾ ਸਥਾਪਿਤ ਕਰ ਦਿੱਤਾ ਗਿਆ। ਕਲੀਅਰ। ਔਰ ਬਾਅਦ ਵਿੱਚ ਕੀ ਹੋਇਆ ਰਾਜੇ, ਜੋ ਮੇਨ ਟੌਪਿਕ ਆ, 1882 ਵਿੱਚ ਉਸ ਨੂੰ ਵਾਰਸਰਾਏ ਦੀ ਨਿਯੁਕਤ ਕਰ ਦਿੱਤਾ ਗਿਆ, ਉਸ ਨੂੰ ਵਾਰਸਰਾਏ, ਠੀਕ ਆ। ਅਤੇ 1898 ਵਿੱਚ ਉਸ ਨੂੰ ਸਰ ਦੀ ਉਪਾਧੀ ਦਿੱਤੀ ਗਈ ਅਤੇ 1898 ਵਿੱਚ ਹੀ ਉਸ ਦੀ ਮੌਤ ਹੋ ਗਈ, ਠੀਕ ਹੈ, ਯਾਦ ਰੱਖਣਾ। 1882 ਵਿੱਚ ਉਸ ਨੂੰ ਵਾਰਸਰਾਏ ਨਿਯੁਕਤ ਕਰ ਦਿੱਤਾ ਗਿਆ ਸੀਗਾ ਐਂਡ 1898 ਵਿੱਚ ਉਸ ਨੂੰ ਸਰ ਦੀ ਉਪਾਧੀ ਦਿੱਤੀ ਗਈ ਅਤੇ 1898 ਵਿੱਚ ਹੀ ਉਸ ਦੀ ਮੌਤ ਹੋ ਗਈ, ਠੀਕ ਹੈ। ਅਲੀਗੜ੍ਹ ਅੰਦੋਲਨ ਕੀ ਸੀਗਾ, ਠੀਕ ਹੈ, ਇਹਦੇ ਵਿੱਚ ਕੀ ਸੀ ਆਪਾਂ ਇਹਦੇ ਬਾਰੇ ਵੀ ਜਾਣ ਲੈਂਦੇ ਹਾਂ। ਅਲੀਗੜ੍ਹ ਅੰਦੋਲਨ ਇੱਕ ਮੁਸਲਿਮ ਅੰਦੋਲਨ ਸੀ ਜਿਹੜਾ ਸਰ ਸੈਯਦ ਅਹਿਮਦ ਖਾਨ ਨੇ ਮੁਸਲਮਾਨਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਲਈ, ਠੀਕ ਹੈ, ਮੁਸਲਮਾਨਾਂ ਨੂੰ ਜਗਾਉਣ ਲਈ, ਅਵੇਅਰ ਕਰਨ ਲਈ, ਠੀਕ ਹੈ, ਇਹ ਅੰਦੋਲਨ ਸਟਾਰਟ ਕੀਤਾ ਸੀ। ਕਿਉਂਕਿ ਇਸ ਅੰਦੋਲਨ ਦਾ ਕੇਂਦਰ ਅਲੀਗੜ੍ਹ ਵਿਖੇ ਸੀਗਾ, ਠੀਕ ਹੈ। ਜੋ ਉਹਨਾਂ ਨੇ ਕਾਲਜ ਬਣਾਇਆ ਸੀਗਾ ਤਾਂ ਉਹਨੂੰ ਇੱਕ ਕੇਂਦਰ ਬਣਾ ਲਿਆ ਸੀ ਬਾਅਦ ਵਿੱਚ, ਠੀਕ ਹੈ, 1875 ਵਿੱਚ ਜੋ ਉਹਨਾਂ ਨੇ ਕਾਲਜ ਬਣਾਇਆ ਸੀ, ਠੀਕ ਹੈ। ਤਾਂ ਅਲੀਗੜ੍ਹ ਅੰਦੋਲਨ ਇਸ ਤੋਂ ਬਾਅਦ ਕੀ ਹੋਇਆ ਕਿ ਅਲੀਗੜ੍ਹ ਵਿਖੇ ਸੀ ਤਾਂ ਇਸ ਲਈ ਇਸ ਨੂੰ ਅਲੀਗੜ੍ਹ ਅੰਦੋਲਨ ਕਿਹਾ ਗਿਆ। ਜਿੱਥੇ ਜਿਹੜੇ ਸਥਾਨ 'ਤੇ ਸੀਗਾ ਤਾਂ ਉਸ ਸਥਾਨ 'ਤੇ ਨਾਂ 'ਤੇ ਅੰਦੋਲਨ ਦਾ ਨਾਮ ਰੱਖਿਆ ਗਿਆ। ਇਸ ਅੰਦੋਲਨ ਦੇ ਨੇਤਾਵਾਂ ਨੇ ਮੁਸਲਮਾਨਾਂ ਨੂੰ ਕੁਰਾਨ ਸ਼ਰੀਫ ਦੇ ਸਿਧਾਂਤ ਅਪਣਾਉਣ ਅਤੇ ਝੂਠੇ ਰੀਤੀ ਰਿਵਾਜਾਂ ਨੂੰ ਤਿਆਗਣ ਅਤੇ ਪੱਛਮੀ ਸਿੱਖਿਆ ਦਾ ਗਿਆਨ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ। ਮੀਨਸ ਕਿ ਉਹਨਾਂ ਨੂੰ ਝੂਠੇ ਰੀਤੀ ਰਿਵਾਜਾਂ ਨੂੰ ਛੱਡਣਾ ਚਾਹੀਦਾ ਅਤੇ ਕੁਰਾਨ ਸ਼ਰੀਫ ਜਿਹੜਾ ਉਹਨੂੰ ਕੀ ਹੈ, ਰੀਡ ਕਰਨਾ ਚਾਹੀਦਾ, ਉਹਦੇ ਸਿਧਾਂਤਾਂ 'ਤੇ ਚੱਲਣਾ ਚਾਹੀਦਾ ਅਤੇ ਪੱਛਮੀ ਸਿੱਖਿਆ ਨੂੰ ਅਪਣਾਉਣਾ ਚਾਹੀਦਾ, ਠੀਕ ਹੈ। ਇਹ ਅੰਦੋਲਨ ਦਾ ਮੁੱਖ ਉਦੇਸ਼ ਸੀਗਾ। ਕਲੀਅਰ ਹੈ ਜੀ। ਇਸ ਤੋਂ ਬਾਅਦ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲਿਆ। ਅਲੀਗੜ੍ਹ ਉੱਤਰ ਪ੍ਰਦੇਸ਼ ਰਾਜ ਦਾ ਪ੍ਰਸਿੱਧ ਸ਼ਹਿਰ ਆ, ਠੀਕ ਹੈ, ਜਿੱਥੇ 1920 ਵਿੱਚ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ ਗਈ, ਠੀਕ ਹੈ। ਅਲੀਗੜ੍ਹ ਕਿੱਥੇ ਆ? ਉੱਤਰ ਪ੍ਰਦੇਸ਼ ਵਿੱਚ ਆ, ਠੀਕ ਹੈ, ਇਹ ਯਾਦ ਰੱਖਿਓ ਤੁਸੀਂ। ਔਰ 1920 ਵਿੱਚ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ ਗਈ, ਠੀਕ ਹੈ, ਇੱਥੇ। ਔਰ ਇੱਥੇ ਬਹੁਤ ਸਾਰੇ ਟੀਚਰ ਰੱਖੇ ਗਏ, ਠੀਕ ਆ, ਉਹ ਸਟੱਡੀ ਕਰਾਉਣ ਲੱਗ ਗਏ, ਠੀਕ ਆ, ਔਰ ਅੰਗਰੇਜ਼ੀ ਭਾਸ਼ਾ ਦਾ ਵੀ ਗਿਆਨ ਦੇਣ ਲੱਗ ਗਏ। ਪੱਛਮੀ ਸਿੱਖਿਆ ਦਾ ਵੀ ਇੱਥੇ ਬਹੁਤ ਸਾਰਾ ਗਿਆਨ ਹਾਸਲ ਕੀਤਾ ਜਿਹੜੇ ਵਿਦਿਆਰਥੀ ਸੀ, ਠੀਕ ਹੈ ਰਾਜੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ, ਅੱਜ ਕੱਲ੍ਹ ਆਪਾਂ ਇਸ 'ਤੇ ਦੇਖਦੇ ਹਾਂ ਵੀ ਵਿਸ਼ਵ ਵਿਦਿਆਲੇ ਵਿੱਚ ਲਗਭਗ 30,000 ਵਿਦਿਆਰਥੀ ਹਨ ਅਤੇ ਲਗਭਗ 80 ਵਿੱਦਿਅਕ ਵਿਭਾਗ ਹਨ, ਠੀਕ ਆ, 80 ਡਿਪਾਰਟਮੈਂਟ ਹਨ, ਠੀਕ ਹੈ, ਇਹਦੇ ਵਿੱਚ ਐਜੂਕੇਸ਼ਨ ਡਿਪਾਰਟਮੈਂਟ। ਜੋ ਆਪਣਾ ਮੇਨ ਟੌਪਿਕ, ਜੋ ਮੇਨ ਕਨਕਲੂਜ਼ਨ ਜੋ ਨਿਕਲਦਾ ਕਿ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ। ਦੇਖੋ ਰਾਜੇ, ਜੋ ਅੰਗਰੇਜ਼ਾਂ ਨੇ ਪੱਛਮੀ ਸਿੱਖਿਆ ਨੀਤੀ ਭਾਰਤ ਵਿੱਚ ਲੈ ਕੇ ਆਂਦੀ ਸੀਗੀ, ਠੀਕ ਆ, ਪੱਛਮੀ ਸਿੱਖਿਆ ਨੀਤੀ ਜੋ ਲੈ ਕੇ ਆਂਦੀ ਸੀ ਉਹਦੇ ਕਿਹੜੇ ਕਿਹੜੇ ਪ੍ਰਭਾਵ ਪਏ, ਅੰਗਰੇਜ਼ਾਂ 'ਤੇ ਕਿਹੜੇ ਪ੍ਰਭਾਵ ਪਏ ਅਤੇ ਇੰਡੀਆ ਜਿਹੜੇ ਭਾਰਤੀ ਲੋਕਾਂ 'ਤੇ ਕਿਹੜੇ ਪ੍ਰਭਾਵ ਪਏ, ਠੀਕ ਆ। ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਪੱਛਮੀ ਸਿੱਖਿਆ ਪ੍ਰਣਾਲੀ ਨਾਲ ਭਾਰਤੀ ਕਲਰਕ ਸੱਭਿਆਚਾਰ ਉਤਪੰਨ ਹੋਇਆ, ਠੀਕ ਆ। ਪੱਛਮੀ ਸਿੱਖਿਆ ਪ੍ਰਣਾਲੀ ਨਾਲ ਕੀ ਆ, ਕਲਰਕ ਜਿਹੜਾ ਸੱਭਿਆਚਾਰ ਕੀ ਆ ਉਹ ਕੀ ਉੱਨਤ ਹੋਇਆ, ਠੀਕ ਆ, ਕਲਰਕੀ ਸੱਭਿਆਚਾਰ ਉਤਪੰਨ ਹੋਇਆ। ਹੁਣ ਦੇਖਦੇ ਹਾਂ ਆਪਾਂ ਥਾਂ ਥਾਂ ਦੇਖਦੇ ਹਾਂ ਵੀ ਕਲਰਕ ਹੁੰਦੇ, ਠੀਕ ਆ। ਆਪਾਂ
ਕਾਲਜਸ ਵਿੱਚ ਵੇਖਦੇ ਹਾਂ, ਸਕੂਲ ਦੇ ਵਿੱਚ ਦੇਖਦੇ ਹਾਂ, ਠੀਕ ਆ, ਕੋਈ ਵੀ ਡਿਪਾਰਟਮੈਂਟ ਵੇਖਦੇ ਹਾਂ, ਉਹਦੇ ਵਿੱਚ ਕਲਰਕ ਹੁੰਦੇ ਨਾ, ਉਹ ਵਰਕ ਕਰ ਰਹੇ ਹੁੰਦੇ ਆ। ਉਸੇ ਤਰ੍ਹਾਂ ਪੱਛਮੀ ਸਿੱਖਿਆ ਮਹਿੰਗੀ ਹੋਣ ਕਰਕੇ ਜ਼ਿਆਦਾਤਰ ਲੋਕ ਅਨਪੜ੍ਹ ਰਹਿ ਗਏ। ਜਿਹੜੀ ਪੱਛਮੀ ਸਿੱਖਿਆ ਸੀਗੀ ਉਹ ਬਹੁਤ ਜ਼ਿਆਦਾ ਸੀਗੀ, ਐਕਸਪੈਂਸਿਵ ਸੀਗੀ, ਜਿਹਦੇ ਕਰਕੇ ਕੀ ਹੋਇਆ ਕਿ ਜ਼ਿਆਦਾਤਰ ਲੋਕ ਕੀ ਆ ਅਨਪੜ੍ਹ ਰਹਿ ਗਏ, ਠੀਕ ਆ, ਉਹ ਐਜੂਕੇਸ਼ਨ ਪ੍ਰਾਪਤ ਨਹੀਂ ਕਰ ਸਕੇ। ਭਾਰਤੀ ਭਾਸ਼ਾਵਾਂ ਦਾ ਵਿਸ਼ੇਸ਼ ਵਿਕਾਸ ਨਾ ਹੋਇਆ। ਦੇਖੋ ਕੀ ਹੋਇਆ ਕਿ ਲੋਕ ਅੰਗਰੇਜ਼ੀ ਵੱਲ ਵੱਧ ਗਏ, ਠੀਕ ਆ, ਇੰਗਲਿਸ਼ ਲੈਂਗੁਏਜ ਨੂੰ ਸਿੱਖਣ ਵੱਲ ਵੱਧ ਗਏ, ਅਤੇ ਜਿਹੜੀਆਂ ਭਾਰਤੀ ਭਾਸ਼ਾਵਾਂ ਕੀ ਆ ਉਹ ਡਿਵੈਲਪ ਨਹੀਂ ਹੋ ਸਕੀਆਂ। ਇੱਕ ਇਹ ਪ੍ਰਭਾਵ ਪਿਆ, ਔਰ ਸਭ ਤੋਂ ਮੇਨ ਪ੍ਰਭਾਵ ਕੀ ਆ ਕਿ ਪੱਛਮੀ ਸਿੱਖਿਆ ਨੀਤੀ ਨਾਲ ਭਾਰਤ ਵਿੱਚ ਪ੍ਰਚਲਿਤ ਕਈ ਅੰਧ ਵਿਸ਼ਵਾਸਾਂ ਨੂੰ ਖਤਮ ਕੀਤਾ ਗਿਆ। ਜਦੋਂ ਅੰਗਰੇਜ਼ ਆਏ, ਠੀਕ ਆ, ਆਪਾਂ ਵੇਖਦੇ ਹਾਂ ਅੰਗਰੇਜ਼ਾਂ ਦੇ ਆਉਣ ਨਾਲ ਆਪਣੇ ਦੇਸ਼ ਵਿੱਚੋਂ ਬਹੁਤ ਸਾਰੇ ਜਿਹੜੇ ਰੀਤੀ ਰਿਵਾਜ ਸੀਗੇ, ਸੁਪਰਸਟੀਸ਼ਨ ਸੀਗੇ, ਉਹ ਕੀ ਆ ਖਤਮ ਹੋ ਗਏ। ਜਿੱਦਾਂ ਭਰੂਣ ਹੱਤਿਆ ਖਤਮ ਕਰ ਦਿੱਤੀ ਗਈ, ਸਮਾਜਿਕ ਸੁਧਾਰ ਵੀ ਕੀਤੇ ਉਹਨਾਂ ਨੇ ਅੰਗਰੇਜ਼ਾਂ ਨੇ, ਠੀਕ ਹੈ, ਔਰ ਸਤੀ ਪ੍ਰਥਾ ਨੂੰ ਖਤਮ ਕੀਤਾ, ਭਰੂਣ ਹੱਤਿਆ ਨੂੰ ਖਤਮ ਕੀਤਾ, ਵਿਧਵਾ ਵਿਆਹ ਨੂੰ ਉਹਨਾਂ ਨੇ ਪ੍ਰਮਾਣਤਾ ਦਿੱਤੀ, ਠੀਕ ਆ, ਔਰ ਕੀ ਆ ਉਹਨਾਂ ਨੇ ਐਜੂਕੇਸ਼ਨ ਪ੍ਰੋਵਾਈਡ ਕਰਵਾਈ, ਠੀਕ ਆ, ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿੱਚੋਂ ਬਾਹਰ ਕੱਢਿਆ। ਬਹੁਤ ਵਧੀਆ ਕੰਮ ਕੀਤੇ ਉਹਨਾਂ ਨੇ। ਔਰ ਜੋ ਮੇਨ ਜਿਹਦੇ ਥਰੂ ਕੀ ਆਪਣਾ ਦੇਸ਼ ਆਜ਼ਾਦ ਹੋਇਆ, ਜਿਹੜੇ ਪ੍ਰਭਾਵ ਦੇ ਥਰੂ ਕੀ ਹੋਇਆ ਕਿ ਜਿਹੜੀ ਅੰਗਰੇਜ਼ਾਂ ਨੇ ਸਿੱਖਿਆ ਪ੍ਰਣਾਲੀ ਲੈ ਕੇ ਆਉਂਦੀ ਸੀ ਆਪਣੇ ਦੇਸ਼ ਵਿੱਚ, ਪੱਛਮੀ ਸਿੱਖਿਆ ਪ੍ਰਣਾਲੀ ਲੈ ਕੇ ਆਉਂਦੀ ਸੀਗੀ, ਤਾਂ ਉਹਦੇ ਵਿੱਚ ਕੀ ਸੀਗਾ ਕਿ ਹੋਰ ਸਾਰੇ ਜਿਹੜੇ ਕੰਟਰੀਜ਼ ਸੀਗੀਆਂ ਉਹਦਾ ਲਿਟਰੇਚਰ ਸੀਗਾ, ਤਾਂ ਉਹ ਲਿਟਰੇਚਰ ਵਿੱਚ ਇੱਦਾਂ ਦੱਸਿਆ ਗਿਆ ਸੀਗਾ ਵੀ ਇੱਕ ਦੇਸ਼ ਜਿਹੜਾ ਦੂਜੇ ਦੇਸ਼ ਦੇ ਅੰਡਰ ਗੁਲਾਮ ਹੁੰਦਾ ਸੀ, ਤਾਂ ਉਹਨੇ ਕਿਵੇਂ ਮਤਲਬ ਕਿ ਗੁਲਾਮੀ ਤੋਂ ਖਹਿੜਾ ਛੁਡਵਾਇਆ, ਠੀਕ ਹੈ। ਤਾਂ ਇਹਦੇ ਵਿੱਚ ਵੇਖਦੇ ਹਾਂ ਪੱਛਮੀ ਸਿੱਖਿਆ ਕਾਰਨ ਹੀ ਭਾਰਤੀਆਂ ਨੇ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹਿਆ। ਜਿੱਦਾਂ ਮੰਨ ਕੇ ਚਲੋ ਪੱਛਮੀ ਸਿੱਖਿਆ ਕਾਰਨ ਹੀ ਭਾਰਤੀਆਂ ਨੇ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹਿਆ। ਜਿੱਦਾਂ ਆਪਾਂ ਰੂਸ ਦੀ ਕ੍ਰਾਂਤੀ ਪੜ੍ਹਦੇ ਹਾਂ ਨਾ, ਤਾਂ ਉਹਦੇ ਵਿੱਚ ਲੈਲਨ ਬਾਰੇ ਪੜ੍ਹਦੇ ਹਾਂ, ਤਾਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਜ਼ਾਰ ਦੇ ਖਿਲਾਫ ਕਿੱਦਾਂ ਮਤਲਬ ਕਿ ਸੰਘਰਸ਼ ਕੀਤਾ, ਅਤੇ ਫਿਰ ਕੀ ਆ ਉਹਦਾ ਰਾਜ ਖਤਮ ਕਰਕੇ ਇੱਕ ਬਰਾਬਰ ਦਾ ਸਮਾਜ ਸਿਰਜਿਆ, ਠੀਕ ਆ ਉਹਨਾਂ ਨੇ, ਅਤੇ ਭਾਰਤ ਨੂੰ ਵੀ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ। ਹੁਣ ਪੱਛਮੀ ਸਿੱਖਿਆ ਕਾਰਨ ਹੀ ਭਾਰਤੀਆਂ ਨੇ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹਿਆ, ਠੀਕ ਆ, ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਯੋਗਦਾਨ ਪਾਇਆ। ਉਹਨਾਂ ਨੇ ਦੇਖਿਆ ਕਿ ਦੂਜੇ ਦੇਸ਼ਾਂ ਵਿੱਚ ਕਿੱਦਾਂ ਲੋਕਾਂ ਨੇ ਆਜ਼ਾਦੀ ਦੀ ਲੜਾਈ ਲੜੀ, ਠੀਕ ਆ, ਕਿੱਦਾਂ ਲੋਕਾਂ ਨੇ ਸਟਰਗਲ ਕੀਤਾ, ਤਾਂ ਭਾਰਤੀਆਂ ਵਿੱਚ ਕੀ ਆ ਨੈਸ਼ਨਲ ਜਿਹੜੀ ਅਵੇਅਰਨੈਸ ਪੈਦਾ ਹੋਈ, ਠੀਕ ਹੈ, ਇਹ ਲਿਟਰੇਚਰ ਦੇ ਥਰੂ, ਅੰਗਰੇਜ਼ੀ ਲਿਟਰੇਚਰ ਦੇ ਥਰੂ। ਤਾਂ ਇਹ ਇੱਕ ਮੇਨ ਪੁਆਇੰਟ ਬਣਿਆ, ਆਪਣੀ ਆਜ਼ਾਦੀ ਦਾ ਕਾਰਨ ਬਣਿਆ, ਠੀਕ ਹੈ ਬੇਟਾ। ਇਸ ਤਰ੍ਹਾਂ ਹੀ ਤੁਹਾਡਾ ਚੈਪਟਰ ਕੀ ਆ ਖਤਮ ਹੁੰਦਾ ਇਸ ਨਾਲ। ਓਕੇ ਬੇਟਾ, ਥੈਂਕ ਯੂ। ਜੇਕਰ ਕਿਸੇ ਨੂੰ ਵੀ ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਮੈਨੂੰ ਪਰਸਨਲ ਤੁਸੀਂ ਮੈਸੇਜ ਕਰਨਾ, ਠੀਕ ਆ ਬੇਟਾ, ਮੈਂ ਤੁਹਾਨੂੰ ਵਧੀਆ ਢੰਗ ਨਾਲ ਸਮਝਾਵਾਂਗਾ, ਔਰ ਆਲਮੋਸਟ ਮੈਨੂੰ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਸਮਝ ਆ ਗਿਆ ਹੋਵੇਗਾ। ਓਕੇ ਬੇਟਾ, ਥੈਂਕ ਯੂ।